ਵੈਲਕਮ ਐਵਰੀਵਨ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ 'ਤੇ, ਜਿੱਥੇ ਕਿ ਆਪਾਂ ਕਰ ਰਹੇ ਸੀ ਟਰਾਂਸਫਾਰਮਰ ਬਾਰੇ ਡਿਸਕਸ਼ਨ। ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹਦੇ 'ਚ ਆਪਾਂ ਡਿਸਕਸ ਕਰਾਂਗੇ ਕਿ ਟਰਾਂਸਫਾਰਮਰ 'ਚ ਲੌਸਸ ਕਿਸ ਕਿਸ ਤਰ੍ਹਾਂ ਦੇ ਹੁੰਦੇ ਆ। ਆਪਾਂ ਥੋੜ੍ਹਾ ਪਹਿਲਾਂ ਹੀ ਵੈਸੇ ਤਾਂ ਡਿਸਕਸ ਕਰ ਚੁੱਕੇ ਹਾਂ ਕਿ ਲੌਸਸ ਕਿਸ ਤਰ੍ਹਾਂ ਦੇ ਹੁੰਦੇ ਆ, ਪਰ ਹੁਣ ਮੈਂ ਤੁਹਾਨੂੰ ਸਾਰਾ ਡਿਟੇਲ 'ਚ ਦੱਸੂਗਾ ਕਿ ਟਰਾਂਸਫਾਰਮਰ 'ਚ ਲੌਸਸ ਕਿਸ ਕਿਸ ਤਰ੍ਹਾਂ ਦੇ ਹੁੰਦੇ ਨੇ। ਸੋ ਸਭ ਤੋਂ ਪਹਿਲਾਂ ਆਇਰਨ ਜਾਂ ਕੋਰ ਲੌਸਸ। ਇਹ ਕਿਹੜੇ ਲੌਸਸ ਹੁੰਦੇ ਨੇ? ਜਿਹੜੀ ਟਰਾਂਸਫਾਰਮਰ ਦੀ ਕੋਰ ਹੈ, ਜਿਹੜੇ ਇਹਦੇ 'ਚ ਲੌਸਸ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਨੇ ਕੋਰ ਲੌਸਸ, ਅਤੇ ਇਹਨਾਂ ਨੂੰ ਆਇਰਨ ਲੌਸਸ ਵੀ ਕਹਿੰਦੇ ਨੇ। ਆਇਰਨ ਲੌਸਸ ਕਿਉਂ? ਕਿਉਂਕਿ ਜਿਹੜੀ ਇਹ ਕੋਰ ਆ, ਇਹ ਮੈਂ ਤੁਹਾਨੂੰ ਦੱਸਿਆ ਹੀ ਹੈ, ਇਹ ਸੌਫਟ ਆਇਰਨ ਦੀ ਹੁੰਦੀ ਹੈ ਬਣੀ ਨੋਰਮਲੀ। ਠੀਕ, ਤਾਂ ਅੱਗੇ ਕੀ ਹੈ? ਆਇਰਨ ਲੌਸਸ ਦੋ ਤਰ੍ਹਾਂ ਦੇ ਹੁੰਦੇ ਨੇ, ਹਿਸਟੈਰਿਸਿਸ ਅਤੇ ਐਡੀ ਕਰੰਟ ਲੌਸਸ। ਇਹ ਮੈਂ ਤੁਹਾਨੂੰ ਦੱਸਦਾ ਅਗਲੀ ਸਲਾਈਡਸ ਦੇ ਵਿੱਚ ਕੀ ਕੀ ਹੁੰਦੇ ਨੇ ਦੋਨੇ। ਅਗਲੇ ਕੀ ਹੈ? ਕਾਪਰ ਔਰ ਓਹਮਿਕ ਲੌਸਸ। ਇਹ ਕਿਹੜੇ ਲੌਸਸ ਹੁੰਦੇ ਨੇ? ਆਹ ਕੋਰ ਹੈ ਟਰਾਂਸਫਾਰਮਰ ਦੀ, ਠੀਕ ਹੈ ਜੀ, ਇਸ 'ਤੇ ਵਾਈਂਡਿੰਗ ਲਪੇਟੀ ਹੋਈ ਹੈ। ਠੀਕ ਹੈ, ਜਿਹੜੀ ਇਹ ਵਾਈਂਡਿੰਗ 'ਚ ਲੌਸਸ ਹੁੰਦੇ ਨੇ ਇਹਨੂੰ ਕਹਿੰਦੇ ਨੇ ਕਾਪਰ ਜਾਂ ਓਹਮਿਕ ਲੌਸਸ। ਕੋਪਰ ਲੌਸਸ ਕਾਹਤੋਂ ਕਹਿੰਦੇ ਨੇ ਇਹ? ਕਿਉਂਕਿ ਜਿਹੜੀ ਵਾਈਂਡਿੰਗ ਹੁੰਦੀ ਹੈ ਮੇਨਲੀ ਜ਼ਿਆਦਾਤਰ ਇਹ ਕਾਪਰ ਦੀ ਬਣੀ ਹੁੰਦੀ ਹੈ। ਓਹਮਸ ਲਾਅ ਨਾਲ ਆਪਾਂ ਨੂੰ ਪਤਾ ਲੱਗਦਾ ਇਹਨਾਂ ਲੌਸ ਦੀ ਵੈਲਿਊ ਕਿੰਨੀ ਹੈ, ਤਾਂ ਕਰਕੇ ਇਹਨਾਂ ਨੂੰ ਓਹਮਿਕ ਲੌਸਸ ਵੀ ਕਹਿ ਦਿੰਦੇ ਨੇ, ਜਾਂ ਇਹਨਾਂ ਨੂੰ ਵਾਈਂਡਿੰਗ ਲੌਸਸ ਵੀ ਕਹਿ ਦਿੰਦੇ ਨੇ, ਕਿਉਂਕਿ ਇਸ ਚੀਜ਼ ਨੂੰ ਆਪਾਂ ਬੋਲਦੇ ਹਾਂ ਵਾਈਂਡਿੰਗ ਟਰਾਂਸਫਾਰਮਰ ਦੀ। ਠੀਕ ਹੈ, ਉਸ ਤੋਂ ਬਾਅਦ ਇੱਕ ਹੁੰਦੇ ਨੇ ਸਟ੍ਰੇ ਲੌਸਸ। ਇਹਨਾਂ ਤੋਂ ਇਲਾਵਾ ਜਿਹੜੇ ਲੌਸਸ ਇੱਕ ਹੁੰਦੇ ਨੇ ਡਾਈਇਲੈਕਟ੍ਰਿਕ ਲੌਸਸ, ਜਿਹੜੇ ਕਿ ਟਰਾਂਸਫਾਰਮਰ ਦੇ ਡਾਈਇਲੈਕਟ੍ਰਿਕ ਲੌਸ ਹੁੰਦਾ ਹੈ, ਉਹਨੂੰ ਬੋਲਦੇ ਨੇ ਡਾਈਇਲੈਕਟ੍ਰਿਕ ਲੌਸਸ। ਹੁਣ ਕਾਪਰ ਲੌਸਸ ਕੀ ਨੇ? ਕਾਪਰ ਲੌਸਸ ਜਿਵੇਂ ਕਿ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਟਰਾਂਸਫਾਰਮਰ ਦੀ ਵਾਈਂਡਿੰਗ 'ਚ ਜਿਹੜੇ ਲੌਸਸ ਹੁੰਦੇ ਨੇ ਉਹਨਾਂ ਨੂੰ ਕਾਪਰ ਲੌਸਸ ਕਹਿੰਦੇ ਨੇ। ਇਹ ਕਿਹਦੇ ਬਰਾਬਰ ਹੁੰਦੇ ਨੇ? I²R। I²R ਦੇ ਬਰਾਬਰ ਹੁੰਦੇ ਨੇ, ਜਿੱਥੇ I ਹੈਗਾ ਕਰੰਟ ਅਤੇ R ਹੈਗੀ ਹੈ ਰੈਜ਼ਿਸਟੈਂਸ। ਠੀਕ ਹੈ, ਅਤੇ ਹੁਣ ਕਰੰਟ ਕਿਹਦੇ ਡਿਪੈਂਡ ਕਰਦਾ? ਕਰੰਟ ਡਿਪੈਂਡ ਕਰਦਾ ਲੋਡ 'ਤੇ। ਠੀਕ ਹੈ ਨਾ, ਕਰੰਟ ਡਿਪੈਂਡ ਕਰਦਾ ਲੋਡ 'ਤੇ। ਜਿੰਨਾ ਜ਼ਿਆਦਾ ਲੋਡ ਹੋਏਗਾ ਉਸ ਹਿਸਾਬ ਦੇ ਕਰੰਟ ਵੇਰੀ ਕਰੇਗਾ। ਇਸ ਕਰਕੇ ਜਿਹੜੇ ਆਇਰਨ ਲੌਸਸ ਨੇ, ਜਿਹੜੇ ਕਾਪਰ ਲੌਸਸ ਨੇ, ਉਹ ਕੀ ਹੈ? ਲੋਡ ਦੇ ਹਿਸਾਬ ਨਾਲ, ਜਿੰਨਾ ਟਰਾਂਸਫਾਰਮਰ 'ਤੇ ਲੋਡ ਹੈ ਉਹਦੇ ਹਿਸਾਬ ਨਾਲ ਵੇਰੀ ਕਰਨਗੇ, ਤਾਂ ਕਰਕੇ ਇਹ ਵੇਰੀਏਬਲ ਲੌਸਸ ਹੁੰਦੇ ਨੇ। ਠੀਕ ਹੈ, ਹੁਣ ਕਾਪਰ ਲੌਸਸ ਕੀ ਨੇ? ਇਹ ਕੀ ਹੈ? ਟਰਾਂਸਫਾਰਮਰ ਇੱਕ ਹੈਗਾ ਤੁਹਾਡੇ ਕੋਲ, ਠੀਕ ਹੈ, ਆਹ ਉਹਦੀ ਜਿਵੇਂ ਆਪਾਂ ਕਰ ਚੁੱਕੇ ਪ੍ਰਾਇਮਰੀ ਵਾਈਂਡਿੰਗ ਹੁੰਦੀ ਹੈ, ਆਹ ਵੋਲਟੇਜ ਸੋਰਸ ਲੱਗਾ ਹੋਇਆ VS ਜਾਂ VP ਕਹਿ ਦੋ ਪ੍ਰਾਇਮਰੀ ਸਾਈਡ। ਇੱਧਰ ਕਰੰਟ ਜਿਹੜਾ ਫਲੋ ਕਰਨ ਲੱਗਿਆ ਉਹ ਹੈਗਾ IP। ਠੀਕ ਹੈ ਜੀ, ਇੱਧਰ ਸੈਕੰਡਰੀ ਵਾਈਂਡਿੰਗ ਲਿਪਟੀ ਹੋਈ ਹੈ। ਠੀਕ ਹੈ, ਆਹ ਇੱਕ ਲੋਡ ਲੱਗਿਆ ਹੋਇਆ। ਠੀਕ ਹੈ, ਇੱਧਰ ਜਿਹੜਾ ਕਰੰਟ ਫਲੋ ਕਰ ਰਿਹਾ ਉਹ IS ਯਾਨੀ ਕਿ ਸੈਕੰਡਰੀ ਕਰੰਟ। ਹੁਣ ਕਾਪਰ ਲੌਸਸ ਕੀ ਹੈ? ਪ੍ਰਾਇਮਰੀ ਸਾਈਡ ਵਾਲੇ IP ਜਿਹੜਾ ਪ੍ਰਾਇਮਰੀ ਸਾਈਡ ਕਰੰਟ ਫਲੋ ਕਰ ਰਿਹਾ ਉਹਦਾ ਸਕੁਅਰ ਪਲੱਸ IP ਸਕੁਅਰ ਇੰਟੂ RP, ਜਿਹੜੀ ਇਸ ਸਾਈਡ ਪ੍ਰਾਇਮਰੀ ਸਾਈਡ ਰੈਜ਼ਿਸਟੈਂਸ ਹੈ। ਸਿਮਿਲਰਲੀ ਉਸੇ ਤਰ੍ਹਾਂ ਜਿਹੜਾ ਸੈਕੰਡਰੀ ਸਾਈਡ ਕਰੰਟ ਫਲੋ ਕਰ ਰਿਹਾ ਉਹਦਾ ਸਕੁਅਰ ਗੁਣਾ ਸੈਕੰਡਰੀ ਸਾਈਡ ਦੀ ਰੈਜ਼ਿਸਟੈਂਸ।
ਇਹ ਹੁੰਦੇ ਨੇ ਜੀ ਕਾਪਰ ਲੌਸਸ। ਇਹ ਫਾਰਮੂਲਾ ਹੁੰਦਾ ਟਰਾਂਸਫਾਰਮਰ ਟੋਟਲ ਕਾਪਰ ਲੌਸਸ ਕੱਢਣ ਦਾ। ਠੀਕ ਹੈ, ਅੱਗੇ ਕੀ ਹੈ ਹੁਣ, ਅੱਗੇ ਆ ਗਏ ਆਇਰਨ ਲੌਸਸ। ਆਇਰਨ ਲੌਸਸ ਕੀ ਨੇ? ਜਿਵੇਂ ਤੁਹਾਨੂੰ ਦੱਸ ਹੀ ਚੁੱਕੇ, ਜਿਹੜੇ ਟਰਾਂਸਫਾਰਮਰ ਦੀ ਕੋਰ 'ਚ ਹੁੰਦੇ ਨੇ ਉਹਨੂੰ ਕਹਿੰਦੇ ਆਇਰਨ ਲੌਸਸ। ਇਹ ਕਿਸ ਕਾਰਨ ਹੁੰਦੇ ਨੇ? ਇਹ ਫਲਕਸ 'ਚ ਜਿਹੜੀ ਵੇਰੀਏਸ਼ਨ ਹੁੰਦੀ ਹੈ ਨਾ, ਜਿਹੜਾ ਫਲਕਸ ਹੈ ਫਾਈ, ਤੁਹਾਨੂੰ ਦੱਸਿਆ ਕਿ ਟਰਾਂਸਫਾਰਮਰ 'ਚ ਇੱਕ ਅਲਟਰਨੇਟਿੰਗ ਫਲਕਸ ਫਲੋ ਕਰਦਾ ਹੈਗਾ। ਜੇ ਸਾਈਨ ਫਲਕਸ ਹੈ ਤਾਂ ਉਹਦੀ ਵੇਵਫਾਰਮ ਇਹ ਹੋਏਗੀ। ਤਾਂ ਇਹ ਕੀ ਹੈ, ਜਿਹੜਾ ਫਲਕਸ ਹੈ ਹਰ ਟਾਈਮ 'ਤੇ ਚੇਂਜ ਕਰ ਰਿਹਾ। T1 'ਤੇ ਕੁਛ ਹੈ, T2 'ਤੇ ਕੁਛ ਹੈ, T3  'ਤੇ ਕੁਛ ਹੈ। ਤਾਂ ਕਿ ਇਸ ਵੇਰੀਏਸ਼ਨ ਕਰਕੇ ਇਹ ਜਿਹੜਾ ਚੇਂਜ ਹੋ ਰਿਹਾ ਫਲਕਸ, ਇਹਦੇ ਕਰਕੇ ਕੋਰ 'ਚ ਲੌਸਸ ਹੁੰਦੇ ਨੇ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਆਇਰਨ ਲੌਸਸ। ਇਹ ਕਿਸ 'ਤੇ ਡਿਪੈਂਡ ਕਰਦੇ ਨੇ? ਜਿਹੜਾ ਮਟੀਰੀਅਲ ਯੂਜ਼ ਹੋਇਆ ਕੋਰ ਨੂੰ ਬਣਾਉਣ ਵਾਸਤੇ। ਕੋਰ ਜਿਹੜੇ ਆਹ ਕੋਰ ਹੈ, ਜਿਹੜਾ ਇਹ ਜਿਹੜੀ ਚੀਜ਼ ਦੀ ਬਣੀ ਹੈ, ਉਸ ਦੀ ਮੈਗਨੈਟਿਕ ਪ੍ਰੋਪਰਟੀਜ਼ 'ਤੇ ਇਹ ਡਿਪੈਂਡ ਕਰਦੇ ਆ। ਅਤੇ ਇਹਨੂੰ ਲਿਖ ਦਿੰਦੇ ਨੇ WI, ਆਇਰਨ ਲੌਸਸ, WI। ਹੁਣ ਆਇਰਨ ਲੌਸਸ ਕੀ ਹੈ? ਅੱਗੇ ਦੋ ਤਰ੍ਹਾਂ ਦੇ ਲੌਸ ਹੈ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ। ਇੱਕ ਤਾਂ ਹਿਸਟੈਰੀਸਿਸ ਲੌਸ। ਇਹ ਕੀ ਹੈ? ਫਲਕਸ ਫਲੋ ਕਰ ਰਿਹਾ ਟਰਾਂਸਫਾਰਮਰ 'ਚ, ਠੀਕ ਹੈ, ਚੇਂਜਿੰਗ ਫਲਕਸ ਹੈ। ਇਹ ਕਿਤੇ ਕਰਕੇ ਪੈਦਾ ਹੋ ਰਿਹਾ? ਕਰੰਟ ਕਰਕੇ। ਅਤੇ ਇਸ ਨਾਲ ਕੀ ਹੈ, ਜਿਹੜੇ ਟਰਾਂਸਫਾਰਮਰ ਦੀ ਕੋਰ ਹੈ ਉਹਦੀ ਮੈਗਨੇਟਾਈਜੇਸ਼ਨ ਹੁੰਦੀ ਹੈ। ਫਿਰ ਜਦੋਂ ਇਹ ਜ਼ੀਰੋ ਹੁੰਦਾ ਉਹਦੀ ਡੀਮੈਗਨੇਟਾਈਜੇਸ਼ਨ ਹੁੰਦੀ ਹੈ। ਉਹ ਮੈਗਨੇਟ ਬਣ ਜਾਂਦਾ, ਉਹ ਡੀਮੈਗਨੇਟ ਬਣ ਜਾਂਦਾ। ਇਹਦੇ ਕਰਕੇ ਜਿਹੜੀ ਐਨਰਜੀ ਲਾਸ ਹੁੰਦੀ ਹੈ ਇਹਦੇ ਕਰਕੇ, ਉਹਨੂੰ ਕੀ ਕਹਿੰਦੇ ਆਪਾਂ? ਹਿਸਟੈਰੀਸਿਸ ਲੌਸਸ। ਜਿਵੇਂ ਇਹ ਇੱਕ ਹਿਸਟੈਰੀਸਿਸ ਕਰਵ ਹੈ ਜਿਹੜੀ ਤੁਹਾਨੂੰ ਦੱਸਦੀ ਹੈ। ਮੰਨ ਲਓ ਪਹਿਲਾਂ ਕੀ ਹੈ, ਇਹ ਹਿਸਟੈਰੀਸਿਸ ਕਰਵ ਕਿਤੇ ਅੰਗੇਜਡ ਹੁੰਦੇ ਫਲਕਸ ਡੈਂਸਿਟੀ ਅਤੇ ਮੈਗਨੇਟਾਈਜ਼ਿੰਗ ਫੋਰਸ। ਕੀ ਹੈ, ਜਦੋਂ ਫਲਕਸ ਡੈਂਸਿਟੀ ਚੇਂਜ ਹੋਣ ਲੱਗੀ, ਕੋਰ ਕੀ ਹੈ, ਮੈਗਨੇਟਾਈਜ਼ ਹੋਣਾ ਸਟਾਰਟ ਹੋਏਗੀ। ਪਹਿਲਾਂ ਇੰਨੀ ਦੌਰਾਨ ਕੋਰ ਮੈਗਨੇਟਾਈਜ਼ ਨਹੀਂ ਹੋਏਗੀ, ਠੀਕ ਹੈ। ਇਹਨੂੰ ਕਹਿੰਦੇ ਰਿਟੈਂਟਿਵਿਟੀ, ਠੀਕ ਹੈ ਨਾ। ਫਿਰ ਇਸ ਤੋਂ ਬਾਅਦ ਮੈਗਨੇਟਾਈਜ਼ ਹੋਣਾ ਸਟਾਰਟ ਹੋਏਗੀ, ਇੱਥੇ ਆ ਗਈ ਇਹਦੀ ਸੈਚੂਰੇਸ਼ਨ। ਇਸ ਤੋਂ ਬਾਅਦ ਕੋਰ ਮੈਗਨੇਟਾਈਜ਼ ਨਹੀਂ ਹੋਏਗੀ, ਠੀਕ ਹੈ। ਫਿਰ ਜਦੋਂ ਫਲਕਸ ਜ਼ੀਰੋ ਹੋਏਗਾ, ਇਹਦੇ ਮੈਗਨੇਟਾਈਜੇਸ਼ਨ ਮਤਲਬ ਕੋਰ ਦੀ ਡੀਮੈਗਨੇਟਾਈਜੇਸ਼ਨ ਹੋਣ ਲੱਗ ਜੂ। ਫਿਰ ਫਲਕਸ ਰਿਵਰਸ ਡਾਇਰੈਕਸ਼ਨ 'ਚ ਹੈਗਾ, ਫਿਰ ਦੂਜੀ ਸਾਈਡ ਮੈਗਨੇਟਾਈਜੇਸ਼ਨ ਹੋਣ ਲੱਗ ਜੂ। ਇਸ ਤਰ੍ਹਾਂ ਮੈਗਨੇਟਾਈਜੇਸ਼ਨ ਕੋਰ ਦੀ ਹੁੰਦੀ ਹੈ, ਫਿਰ ਡੀਮੈਗਨੇਟਾਈਜੇਸ਼ਨ ਹੁੰਦੀ ਹੈ। ਇਸ 'ਚ ਜਿਹੜੇ ਲੌਸਸ ਹੁੰਦੇ ਆ ਇਹਨੂੰ ਕਹਿ ਦਿੰਦੇ ਨੇ ਹਿਸਟੈਰੀਸਿਸ ਲੌਸਸ, ਠੀਕ ਹੈ। ਹੁਣ ਹਿਸਟੈਰੀਸਿਸ ਲੌਸਸ ਕੀ ਹੈ? ਜਿਹੜੇ ਇਹ ਜਿਹੜਾ ਇਹਦਾ ਫਾਰਮੂਲਾ ਹੁੰਦਾ ਮੇਨਲੀ ਇਹ ਡਿਪੈਂਡ ਕਰਦੇ ਆ B ਇਹਦੀ ਪਾਵਰ 1.6 ਅਤੇ F, ਠੀਕ। B ਕੀ ਹੈ? ਫਲਕਸ ਡੈਂਸਿਟੀ। F ਕੀ ਹੈ? ਫ੍ਰੀਕੁਐਂਸੀ। ਇਸੇ ਕਾਰਨ ਇਹੀ ਇੱਕ ਚੀਜ਼ ਹੈ ਜਿਹੜੀ ਨਾਲ ਆਪਾਂ ਨੂੰ ਪਤਾ ਲੱਗਦਾ ਕਿ ਆਪਾਂ ਕੋਰ ਦਾ ਜਿਹੜਾ ਮਟੀਰੀਅਲ ਹੈ, ਕੋਰ ਕਾਹਦੀ ਬਣਾਈ ਹੈ। ਤਾਂ ਹੀ ਕਰਕੇ ਆਪਾਂ ਕੋਰ ਸਿਲੀਕॉन ਸਟੀਲ ਜਾਂ CRJ ਦੀ ਬਣਾਉਂਦੇ ਹਾਂ। CRJ ਕੀ ਹੁੰਦਾ? ਕੋਲਡ ਰੋਲਡ ਗ੍ਰੇਨ
ओरीएंटेड स्टील खास किस्म का एक स्टील होंदा जिहड़े कि इन्हां दोनों की हिस्टैरिसिस घट होंदी है। ठीक है, तो ओवरऑल की है जिहड़े आयरन लॉसिस है वो हिस्टैरिसिस प्लस एडी करंट लॉसिस हो गए। हिस्टैरिसिस करंट मेनली डिपेंड करते हैं बी दी पावर 1.6 गुणा फ्रीकुएंसी। जिहड़े एडी करंट है ਉਹਦਾ ਕੀ ਹੁੰਦਾ ਉਹ डिपेंड करते हैं बी स्क्वेयर एफ स्क्वेयर। बी ਤੁਹਾਨੂੰ ਦੱਸ ਹੀ ਚੁੱਕਿਆ मैग्नेटिक फ्लक्स डेंसिटी ਤੇ एफ फ्रीकुएंसी। ਇਹ ਫਾਰਮੂਲਾ ਥੋੜਾ ਧਿਆਨ ਚ ਰੱਖਣਾ ਤੁਸੀਂ। ਠੀਕ ਹੈ, ਅੱਗੇ ਕੀ ਹੈ ਸਟ੍ਰੇ ਲॉसेस। ਸਟ੍ਰੇ ਲॉसेस ਕੀ ਹੈ ਵੀ ਜਿਹੜਾ ਫਲਕਸ ਲੀਕ ਹੁੰਦਾ ਉਹਦੇ ਕਰਕੇ ਜਿਹੜੇ ਲॉसेस ਹੁੰਦੇ ਨੇ ਉਹਨਾਂ ਨੂੰ ਕਹਿੰਦੇ ਨੇ ਸਟ੍ਰੇ ਲॉसेस। ਨੋਰਮਲੀ ਐਡੀ ਕਰੰਟ ਤੁਹਾਨੂੰ ਦੱਸਿਆ ਕਿ ਚੇਂਜ ਹੁੰਦਾ ਫਲਕਸ ਜਦੋਂ ਕੋਰ 'ਚ, ਤਾਂ ਕੋਰ 'ਚ ਕਰੰਟ ਪ੍ਰੋਡਿਊਸ ਹੁੰਦਾ। ਠੀਕ ਹੈ, ਮਿਊਚੁਅਲ ਇੰਡਕਟੈਂਸ ਕਰਕੇ। ਇਸੇ ਤਰ੍ਹਾਂ ਜਿਹੜਾ ਚੇਂਜਿੰਗ ਫਲਕਸ ਜਿਵੇਂ ਟਰਾਂਸਫਾਰਮਰ ਆਹ ਕੋਰ ਆ ਟਰਾਂਸਫਾਰਮਰ ਹੈ, ਇਹਨੂੰ ਇੱਕ ਟੈਂਕ 'ਚ ਪਾਉਂਦੇ ਨੇ ਲੋਹੇ ਦੇ, ਹੈ ਨਾ, ਤੁਸੀਂ ਦੇਖਿਆ ਹੋਣਾ ਬਾਹਰ ਦਾ ਟੈਂਕ ਹੁੰਦਾ ਉਹਦੇ ਟਰਮੀਨਲ ਲੱਗੇ ਹੁੰਦੇ ਆ। ਇਸੇ ਤਰ੍ਹਾਂ ਆਹ ਟੈਂਕ ਵੀ ਲੋਹੇ ਦਾ ਬਣਿਆ ਹੁੰਦਾ। ਕੁਛ ਫਲਕਸ ਇਸ ਟੈਂਕ ਨਾਲ ਲਿੰਕ ਹੋ ਜਾਂਦਾ, ਇਹਦੇ 'ਚ ਵੀ ਐਡੀ ਕਰੰਟ ਪ੍ਰੋਡਿਊਸ ਹੋ ਜਾਂਦੇ ਆ। ਤਾਂ ਇਹ ਇੱਕ ਤਰ੍ਹਾਂ ਦਾ ਸਟ੍ਰੇ ਲॉस ਹੋ ਗਿਆ। ਠੀਕ ਹੈ ਜੀ, ਹੁਣ ਕੀ ਹੈ ਐਫੀਸ਼ੀਐਂਸੀ ਆਪਾਂ ਪਹਿਲਾਂ ਕਰ ਹੀ ਚੁੱਕੇ ਹਾਂ। ਠੀਕ ਹੈ, ਐਫੀਸ਼ੀਐਂਸੀ ਕੀ ਹੈ ਕਿ ਰੀਅਲ ਪਾਵਰ ਆਊਟਪੁੱਟ ਬਟਾ ਰੀਅਲ ਪਾਵਰ ਇਨਪੁੱਟ। ਇੱਥੇ ਹੁਣ ਦੁਬਾਰਾ ਤੋਂ ਕੀ ਹੈ ਮੈਂ ਤੁਹਾਨੂੰ ਇੱਕ ਕੰਸੈਪਟ ਦੱਸੂਗਾ ਆਲ ਡੇ ਐਫੀਸ਼ੀਐਂਸੀ, ਉਹ ਸਮਝਾਊਂਗਾ। ਠੀਕ ਹੈ, ਇਹ ਚੀਜ਼ ਤਾਂ ਆਪਾਂ ਪਹਿਲਾਂ ਕਰ ਹੀ ਚੁੱਕੇ ਤੁਹਾਡੇ ਧਿਆਨ 'ਚ ਹੋਣੀ। ਠੀਕ ਹੈ, ਹੁਣ ਇਹਨੂੰ ਐਫੀਸ਼ੀਐਂਸੀ ਨੂੰ ਕੀ ਹੈ ਰੀਅਲ ਪਾਵਰ ਆਊਟਪੁੱਟ ਬਟਾ ਰੀਅਲ ਪਾਵਰ ਇਨਪੁੱਟ ਸੀਗੀ। ਹੁਣ ਆਊਟਪੁੱਟ ਨੂੰ ਆਪਾਂ ਕੀ ਲਿਖ ਸਕਦੇ ਇਨਪੁੱਟ ਮਾਈਨਸ ਲॉसेस, ਇਹੀ ਹੋਏਗਾ ਆਊਟਪੁੱਟ। ਤਾਂ ਐਫੀਸ਼ੀਐਂਸੀ ਕੀ ਹੋਗੀ ਆਊਟਪੁੱਟ ਬਟਾ ਇਨਪੁੱਟ ਰੀਅਲ ਪਾਵਰ। ਠੀਕ ਹੈ, ਤੇ ਹੁਣ ਇਹ ਫਾਰਮੂਲਾ ਆ ਬਣ ਗਿਆ 1 ਮਾਈਨਸ ਲॉसेस ਬਟਾ ਇਨਪੁੱਟ। लॉसेस की होंगे ट्रांसफार्मर आयरन लॉसेस ते कॉपर लॉसेस। ठीक है ना, आ फॉर्मूला बन गया जी एफिशिएंसी का। एक इस तरीके नाल भी देख सकते हैं एफिशिएंसी आप। ठीक है जी, हुण ऑल डे एफिशिएंसी की है भी मैं तुहानूं दस्से एफिशिएंसी की है। सॉरी इत्थे गलत लिखा हुआ है रियल आना इत्थे रियल कि रियल पावर आउटपुट बटा रियल पावर इनपुट। ठीक है, यह एक ट्रांसफार्मर की परफॉर्मेंस ਨੂੰ ਕਿਵੇਂ ਕੰਮ ਕਰ ਰਿਹਾ ਉਹਨੂੰ ਜੱਜ ਕਰਨ ਵਾਸਤੇ ਸਭ ਤੋਂ ਚੰਗਾ ਤਰੀਕਾ ਹੁੰਦਾ। ਠੀਕ ਹੈ, ਹੁਣ ਕੀ ਜਿਹੜੇ ਪਾਵਰ ਟਰਾਂਸਫਾਰਮਰ ਹੈ ਜਿੱਥੇ ਬਿਜਲੀ ਪੈਦਾ ਹੁੰਦੀ ਜਿਹੜੇ ਉੱਥੇ ਟਰਾਂਸਫਾਰਮਰ ਲੱਗੇ ਆ ਉਹਨਾਂ ਦੇ ਜਿਹੜਾ ਲੋਡਿੰਗ ਹੁੰਦੀ ਹੈ ਉਹ ਲਗਭਗ ਫੁੱਲ ਲੋਡ ਤੇ ਕੰਮ ਕਰਦੇ ਆ। ਠੀਕ ਹੈ, ਹੁਣ ਗਾਂ ਦੇ ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਜਿਹੜੇ ਪਾਵਰ ਸਟੇਸ਼ਨ ਤੋਂ ਗਾਂ ਬਿਜਲੀ ਵੰਡਦੇ ਆ ਉਹਨਾਂ 'ਤੇ ਕੀ ਹੁੰਦਾ ਨਾ ਉਹ ਸਾਰਾ ਟਾਈਮ ਐਨਰਜਾਈਜ਼ ਰਹਿੰਦੇ ਨੇ 24 ਦੇ 24 ਘੰਟੇ ਕਿਉਂਕਿ ਬਿਜਲੀ ਦੇਣੀ ਹੁੰਦੀ ਹੈ। ਠੀਕ ਹੈ ਨਾ, ਸਾਰਾ ਟਾਈਮ ਐਨਰਜਾਈਜ਼ ਰਹਿੰਦੇ ਨੇ ਉਹ। ਅਤੇ ਉਹਨਾਂ ਨਾਲ ਜਿਹੜਾ ਲੋਡ ਕਨੈਕਟਡ ਹੈ ਜਿਹੜਾ ਉਹਨਾਂ ਦਾ ਸੈਕੰਡਰੀ ਦੇ ਲੋਡ ਕਨੈਕਟਡ ਹੈ ਉਹ ਚੇਂਜ ਹੁੰਦਾ ਰਹਿੰਦਾ ਹੈਗਾ। ਕਿਉਂ ਜਿਵੇਂ ਮੰਨ ਲਓ ਜਿਹੜੀ ਕਿਸੇ ਰੈਜ਼ੀਡੈਂਸ਼ੀਅਲ ਏਰੀਆ ਰਿਹਾਇਸ਼ੀ ਏਰੀਆ 'ਚ ਆਉਂਦੀ ਕੋਈ ਬਿਜਲੀ ਉਹ ਤਾਂ ਸਾਰਾ ਦਿਨ ਰਿਹਾਇਸ਼ੀ ਏਰੀਆ 'ਚ ਕਿਤੇ ਮੰਨ ਲਓ ਜੇ ਗਰਮੀ ਦਾ ਟਾਈਮ ਹੈਗਾ ਤਾਂ ਦੁਪਹਿਰੇ ਏਸੀ ਵਗੈਰਾ ਚੱਲਦੇ ਆ ਤਾਂ ਉਦੋਂ ਲੋਡ ਵੱਧ ਜਾਏਗਾ ਜਾਂ ਰਾਤ ਨੂੰ ਲੋਡ ਵੱਧ ਜਾਏਗਾ। ਠੀਕ ਹੈ, ਬਾਕੀ ਟਾਈਮ ਲੋਡ ਘੱਟ ਹੋਏਗਾ। ਠੀਕ ਹੈ, ਜਿਵੇਂ 4-5 ਘੰਟੇ ਕਾਫੀ ਲੋਡ ਲੈ ਜਾਂਦਾ ਹੈਗਾ। ਠੀਕ ਹੈ, ਬਾਕੀ ਟਾਈਮ ਥੋੜ੍ਹਾ ਘੱਟ ਲੋਡ ਰਹਿੰਦਾ। ਇਹੋ ਜਿਹੇ ਹਾਲਾਤਾਂ 'ਚ ਆਪਾਂ ਕੀ ਕਰਦੇ ਹਾਂ ਆਪਾਂ ਇੱਕ ਟਰਮ ਕੱਢੀ ਹੈ ਆਲ ਡੇ ਐਫੀਸ਼ੀਐਂਸੀ। ਇਹਦੇ ਨਾਲ ਆਪਾਂ ਟਰਾਂਸਫਾਰਮਰ ਦੀ ਐਫੀਸ਼ੀਐਂਸੀ ਕੱਢਦੇ ਹਾਂ। ਆਲ ਡੇ ਐਫੀਸ਼ੀਐਂਸੀ ਕੀ ਹੁੰਦੀ ਹੈ ਜਿਹੜੀ ਆਲ ਡੇ ਐਫੀਸ਼ੀਐਂਸੀ ਇਹ ਕੀ ਹੁੰਦੀ ਹੈ ਆਲ ਡੇ ਐਫੀਸ਼ੀਐਂਸੀ ਕੀ ਹੈ ਕਿ ਜਿਹੜੀ 24 ਘੰਟਿਆਂ ਦੌਰਾਨ ਬਿਜਲੀ ਦਾ ਆਊਟਪੁੱਟ ਲਿਆ ਆਪਾਂ ਤੋਂ। ਠੀਕ ਹੈ, ਰੀਅਲ ਪਾਵਰ ਦਾ ਜਿਹੜਾ 24 ਘੰਟਿਆਂ 'ਚ ਬਟਾ ਇਨਪੁੱਟ ਦਿੱਤਾ ਆਪਾਂ।
ਇਨਪੁਟ ਤਾਂ ਸਾਰਾ ਟਾਈਮ ਆਪਾਂ ਦੱਸਿਆ ਤੁਹਾਨੂੰ ਟਰਾਂਸਫਾਰਮਰ ਐਨਰਜਾਈਜ਼ ਰੱਖਦੀ ਆ, ਜਿਹੜਾ ਆਊਟਪੁੱਟ ਹੈ ਇਹ ਕੀ ਹੈ, ਚੇਂਜ ਹੁੰਦਾ ਰਹਿੰਦਾ ਹੈ। ਮੰਨ ਲਓ 24 ਘੰਟਿਆਂ ਚੋਂ 9 ਤੋਂ 10 50% ਆਊਟਪੁੱਟ ਦੇ ਕੰਮ ਕੀਤਾ ਉਹਨੇ ਆਪਦੇ, ਠੀਕ ਹੈ। ਤਾਂ ਇਹ ਕਿੰਨਾ ਟਾਈਮ ਹੋ ਗਿਆ, 1 ਘੰਟਾ 50% ਆਊਟਪੁੱਟ ਦੇ ਕੰਮ ਕੀਤਾ ਆਪਦੇ, ਠੀਕ ਹੈ। ਤੇ ਮੰਨ ਲਓ 12 ਤੋਂ 3 80% ਆਊਟਪੁੱਟ ਦੇ ਕੰਮ ਕੀਤਾ। ਇਹ ਕੀ ਹੋ ਗਿਆ ਕਿ 3 ਘੰਟੇ 80% ਆਊਟਪੁੱਟ ਦਾ ਚੱਲਿਆ। ਇਸੇ ਤਰ੍ਹਾਂ ਸਾਰੇ ਘੰਟਿਆਂ ਦਾ ਆਊਟਪੁੱਟ ਲਿਖ ਕੇ ਬਟਾ ਜਿੰਨਾ ਉਹਦਾ ਇਨਪੁੱਟ ਹੈ ਗੁਣਾ 24, ਠੀਕ ਹੈ। ਵੀ ਸਾਰੇ ਟਾਈਮ ਐਨਰਜਾਈਜ਼ ਰਿਹਾ ਗੁਣਾ 24, ਠੀਕ ਹੈ ਨਾ। ਇਸ ਤਰ੍ਹਾਂ ਆਪਾਂ ਆਲ ਡੇ ਐਫੀਸ਼ੀਐਂਸੀ ਟਰਾਂਸਫਾਰਮਰ ਦੀ ਕੈਲਕੂਲੇਟ ਕਰਦੇ ਹਾਂ। ਇਹ ਸਮਝ ਆ ਗਿਆ। ਆਲ ਡੇ ਐਫੀਸ਼ੀਐਂਸੀ ਗੁਣਾ ਆਪਾਂ ਨੂੰ ਮਤਲਬ ਆਲ ਡੇ ਐਫੀਸ਼ੀਐਂਸੀ ਕੈਲਕੂਲੇਟ ਕਰਨ ਦੀ ਕੀ ਲੋੜ ਹੈ, ਕਾਹਤੋਂ ਲੋੜ ਹੈ, ਕਿਉਂਕਿ ਇਹਦਾ ਆਊਟਪੁੱਟ ਤੇ ਕਿੰਨਾ ਲੋਡ ਕਨੈਕਟਡ ਆ ਉਹ ਚੇਂਜ ਹੁੰਦਾ ਰਹਿੰਦਾ ਹਰ ਟਾਈਮ, ਤਾਂ ਕਰਕੇ ਆਪਾਂ ਨੂੰ ਆਲ ਡੇ ਐਫੀਸ਼ੀਐਂਸੀ ਕੈਲਕੂਲੇਟ ਕਰਨੀ ਪੈਂਦੀ ਹੈ, ਠੀਕ ਹੈ ਜੀ। ਤੇ ਅੱਜ ਦਾ ਲੈਕਚਰ ਆਪਣਾ ਇੰਨਾ ਹੀ ਸੀ, ਇੱਥੇ ਹੀ ਖ਼ਤਮ ਹੁੰਦਾ। ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਮੇਰਾ ਲੈਕਚਰ ਅਟੈਂਡ ਕਰਨ ਵਾਸਤੇ, ਤੇ ਮਿਲਦੇ ਹਾਂ ਮੇਰੇ ਅਗਲੇ ਲੈਕਚਰ ਦੇ ਵਿੱਚ। ਧੰਨਵਾਦ।